ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਭਾਗ 112। ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾਂ ਰਾਤ, ਜੋ ਜਾਗਨ ਲਹਨ ਸੇ ਸਾਈਂ ਕਨੋ ਦਾਤ। ਪਹਿਲੇ ਪਹਿਰੇ ਫੁੱਲੜਾ ਫਲ ਪੀ ਪਛਾਂ ਰਾਤ, ਜੋ ਜਾਗਨ ਲਹਨ ਸੇ ਸਾਈਂ ਕਨੋ ਦਾਤ। ਕੀ ਸਮਝਾਉਂਦੇ ਹੈ ਬਾਬਾ ਫਰੀਦ ਜੀ? ਬਾਬਾ ਫਰੀਦ ਜੀ ਨੇ ਇਸਲਾਮ ਛੱਡ ਕੇ ਸਿੱਖੀ ਅਪਣਾਈ। ਨਾਨਕ ਕੇ ਕਰ ਕੇਵਲ ਨਾਮ, ਨਾਮ ਦੀ ਦਾਤ ਖਾਤਰ ਜਿਹੜੇ ਗੁਰਸਿੱਖ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਉਹਨਾਂ ਨੂੰ ਇਹ ਪ੍ਰਾਪਤੀ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਅਸੀਂ ਗੁਰ ਕੇ ਚਰਨ, ਬਾਣੀ, ਗੁਰ ਸ਼ਬਦ ਦੀ ਕਮਾਈ, ਗੁਰੂ ਦੇ ਅਨੁਸਾਰੀ ਜੀਵਨ ਢਾਲਣਾ, ਸਾਨੂੰ ਇਹ ਪ੍ਰਾਪਤੀ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਪਰ ਅਸੀਂ ਆਪਦੀ ਮੱਤ ਨਾਲ ਚੱਲਦੇ ਰਹਿੰਦੇ ਹਾਂ। ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ, ਫਲ ਤਾਂ ਕੀ ਮਿਲਣਾ ਭਾਈ ਸਾਨੂੰ। ਅਸੀਂ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ, ਫਿਰ ਨਰਕਾਂ ਨੂੰ ਚਲੇ ਜਾਂਦੇ ਹਾਂ। ਬਹੁਤ ਸਜਾਏ ਪਿਆ ਦੇਸ ਲੰਮੇ ਲੰਮੀ ਜੋਨੀਆਂ ਭੋਗਣ ਚਲੇ ਜਾਂਦੇ ਹਾਂ। ਅਸੀਂ ਦੁੱਖਾਂ ਦਾ ਘਰ ਹੈ। ਜੀਵ ਇੱਥੇ ਸੁੱਖ ਭਾਲੀ ਜਾਂਦਾ ਹੈ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਮ੍ਰਿਤ ਲੋਕ ਹੈ ਭਾਈ, ਇਹ ਛੱਡਣਾ ਪੈਣਾ ਆਪਾਂ ਨੂੰ। ਆਪਾਂ ਇੱਥੇ ਸੁੱਖ ਭਾਲੀ ਜਾਂਦੇ ਹਾਂ। ਦੁੱਖ ਸਾਗਰ ਹੈ। ਜਪਜੀ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਸਤਿਗੁਰਾਂ ਦੇ ਵਚਨ ਲਈਏ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ ਹੈ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਹਰ ਵਿਸਰਤ ਸੁਦਾ ਖੁਆਰੀ, ਹਰ ਵਿਸਰਤ ਤੇਰੇ ਗੁਣ ਗਲਿਆ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਵੇ ਰੋਗ। ਜਿਹੜੇ ਸਾਨੂੰ ਰੋਗ, ਦੁੱਖਾਂ ਦਾ ਝਮੇਲਾ, ਜੰਮਣ ਮਰਨ, ਔਖੀ ਘੜੀ ਸੰਕਟ ਆਉਂਦੇ ਨੇ, ਇਹ ਸਾਰੇ ਸਾਨੂੰ ਆਪਦੇ ਮੂਲ ਨੂੰ ਟੁੱਟਣ ਕਰਕੇ ਨੇ। ਆਤਮਾ ਟੁੱਟ ਗਈ ਹੈ ਆਪਦੇ ਮੂਲ ਤੋਂ। ਪਿੱਛੇ ਵੀ ਆਪਾਂ ਬਾਬਾ ਫਰੀਦ ਜੀ ਦਾ ਸਲੋਕ ਵਿਚਾਰਿਆ ਸੀ। ਫਰੀਦਾ ਬਣ ਕੰਬਿਆ, ਰੁੱਤ ਫਿਰੀ ਬਣ ਕੰਬਿਆ, ਪੱਤ ਝੜੇ ਚੜ ਪਾਏ। ਜਿਵੇਂ ਪੱਤੇ ਦਰਖਤ ਨਾਲੋਂ ਟੁੱਟ ਜਾਂਦੇ ਨੇ, ਐਂ ਆਤਮਾ ਆਪਦੇ ਮੂਲ ਨੂੰ ਲੱਗ ਹੋ ਗਈ। ਹੁਣ ਇਹਦੀ ਖੁਆਰੀ ਹੈ। ਜਿਹੜੇ ਸਮਝ ਲੈਣਗੇ, ਖੁਆਰ ਹੋਏ ਸੋ ਮਿਲਣਗੇ। ਬਚੇ ਸਾਰਨ ਜੋ ਹੋਏ, ਜਿਹੜੇ ਦੀ ਸਰਨ ਆ ਜਾਣਗੇ, ਬਚ ਜਾਣਗੇ, ਆਪਦੇ ਘਰ ਚਲੇ ਜਾਣਗੇ। ਨਾਨਕ ਰਹਿਣ ਰਜਾਈ, ਜਿਹੜੇ ਭਾਣੇ 'ਚ ਆ ਜਾਣਗੇ। ਪਰ ਆਪਾਂ ਆਪਦੀ ਮੱਤ ਅਨੁਸਾਰ ਇਹ ਪ੍ਰਾਪਤੀ ਨਹੀਂ ਕਰ ਸਕਦੇ ਭਾਈ। ਇਹੀ ਤਾਂ ਸਮਝਣਾ, ਇਹੀ ਤਾਂ ਜਪ ਹੈ ਆਪਣਾ। ਸੰਸਾਰ ਤੋਂ ਵੱਖਰਾ ਆਇਆ ਸੁਣ ਪੜ੍ਹਨ ਕੋ ਬਾਣੀ। ਸੁਣਨ ਦੀ ਵਿਧੀ ਹੈ। ਗੁਰੂ ਵੱਡਾ ਹੁੰਦਾ ਹੈ, ਗੁਰੂ ਨੂੰ ਸੁਣੀਦਾ ਹੁੰਦਾ। ਜਿਹੜਾ ਗੁਰ ਸ਼ਬਦ ਵਿਚਾਰ ਤੋਂ ਸਾਨੂੰ ਗਿਆਨ ਮਿਲਦਾ ਹੈ, ਉਹ ਗੁਰਪ੍ਰਸਾਦ ਹੈ, ਗੁਰਦਕਸ਼ਨਾ ਕਹਿ ਲਈਏ ਆਪਾਂ। ਉਹ ਭਾਗਾਂ ਵਾਲੇ ਨੇ ਗੁਰਸਿੱਖ ਜਿਹੜੀ ਇਹ ਪ੍ਰਾਪਤੀ ਕਰਦੇ ਨੇ। ਅਤੇ ਬਾਬਾ ਫਰੀਦ ਜੀ ਕੀ ਸਮਝਾਉਣਾ ਚਾਹੁੰਦੇ ਨੇ? ਪਹਿਲੇ ਪੈਰੇ ਫੁੱਲੜਾ ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਇਹ ਸੰਤੋਖ ਕਿਵੇਂ ਪ੍ਰਾਪਤ ਹੋਵੇ ਆਪਾਂ ਨੂੰ? ਸਰੀਰ ਕਰਕੇ ਨਹੀਂ, ਆਤਮਾ ਕਰਕੇ। ਸਰੀਰ ਦੀ ਤਾਂ ਲੋੜ ਹੁੰਦੀ ਹੈ। ਅਸੀਂ ਭੁਲੇਖਾ ਖਾ ਲਿਆ ਆਪਦੀ ਮੱਤ ਨਾਲ ਚੱਲ ਕੇ। ਆਤਮਾ ਦੀ ਲੋੜ ਸਰੀਰ ਨਾਲ ਜੋੜਤੀ, ਆਤਮਾ ਦੀ ਖੁਰਾਕ ਸਰੀਰ ਨਾਲ ਜੋੜਤੀ। ਜਦੋਂ ਅਸੀਂ ਕਿਸੇ ਵੀ ਧਰਮ 'ਚ ਆਉਂਦੇ ਹਾਂ, ਸਾਰੇ ਧਰਮ ਚੰਗੇ ਪਾਸੇ ਨੂੰ ਪ੍ਰੇਰਦੇ ਨੇ, ਪਰ ਅੱਗੇ ਤੱਕ ਨਹੀਂ ਜਾ ਸਕਦੇ ਉਹ। ਕਿ ਸਾਰੀਆਂ ਮਾਨਵ ਸੋਚਾਂ ਨੇ।
ਫੁੱਲ ਤੱਕ ਆ ਜਾਂਦੇ ਆ। ਕਿਸੇ ਵੀ ਧਰਮ ਨਾਲ ਕੋਈ ਜੀਵ ਜੁੜਦਾ ਉਹਨੂੰ ਬੜਾ ਚਾਅ ਚੜ੍ਹਦਾ ਹੈ, ਪਰ ਜਦੋਂ ਅੱਗੇ ਗਿਆਨ ਨਹੀਂ ਮਿਲਦਾ ਫਿਰ ਸਾਡਾ ਜੀਵਨ ਐਵੇਂ ਹੀ। ਧਰਮ ਦੇ ਵਿੱਚ ਆ ਕੇ ਸਾਨੂੰ ਕੀ ਪ੍ਰਾਪਤੀ ਹੋਣੀ ਹੈ, ਫਲ ਕੀ ਹੈ? ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਫਲ ਕੀ ਹੈ? ਪਹਿਲਾ ਭਾਈ ਗਿਆਨ। ਇਹ ਆਪਾਂ ਪ੍ਰਾਪਤ ਕਰਨਾ ਹੈ। ਇਹ ਆਪਾਂ ਨੂੰ ਤਾਂ ਪ੍ਰਾਪਤ ਹੋ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਭਾਈ ਬਾਬਾ ਫਰੀਦ ਜੀ ਸਮਝਾ ਰਹੇ ਨੇ, ਪਹਿਲੇ ਪਹਿਰੇ ਫੁੱਲੜਾ ਫਲ ਭੀ ਪਛਾਂ ਰਾਤ। ਰਾਤ ਪਿੱਛੇ ਰਹਿ ਜਾਂਦੀ ਹੈ ਜਦੋਂ ਫਲ ਲੱਗ ਜਾਂਦਾ ਹੈ। ਜਿਵੇਂ ਫੁੱਲ ਝੜ ਜਾਂਦੇ, ਆਪਾਂ ਕਬੀਰ ਜੀ ਦਾ ਸ਼ਲੋਕ ਲੈ ਲਈ, ਆਪਾਂ ਨੂੰ ਚੰਗੀ ਤਰ੍ਹਾਂ ਹੋਰ ਸਮਝ ਆ ਜਾਵੇ। ਫਲ ਕਾਰਨ ਫੂਲੀ ਵਨਰਾਏ, ਫਲ ਲਾਗਾ ਤਾਂ ਫੂਲ ਵਿਲਾਏ। ਸਾਰੇ ਫੁੱਲਾਂ ਨੂੰ ਫਲ ਨਹੀਂ ਆਉਂਦਾ ਭਾਈ। ਬਨਾਂ ਦੇ ਵਿੱਚ ਫੁੱਲ ਖਿੜਦੇ ਨੇ, ਬਨਸਪਤੀ ਖਿੜਦੀ ਹੈ, ਸਾਰਿਆਂ ਨੂੰ ਤਾਂ ਫਲ ਲੱਗਦੇ ਹੀ ਨਹੀਂ। ਗਿਆਨ ਫਲ ਹੈ, ਜਿਹਨੂੰ ਫਲ ਲੱਗ ਜਾਂਦਾ ਹੈ ਫੁੱਲ ਝੜ ਜਾਂਦਾ ਹੈ। ਗਿਆਨ ਕਾਰਨ ਕਰਮ ਅਭਿਆਸ। ਗਿਆਨ ਤੋਂ ਬਾਅਦ ਸਾਨੂੰ ਕਰਮ ਦੀ ਸਮਝ ਆਉਂਦੀ ਹੈ। ਜਦੋਂ ਫਲ ਗਿਆਨ ਲੱਗਦਾ ਹੈ ਫਿਰ ਮਨ ਬੁੱਧੀ ਭਾਣੇ 'ਚ ਆ ਕੇ ਸੂਝਵਾਨ ਹੋ ਕੇ ਸੰਤੋਖ ਹੋ ਗਿਆ, ਉਹਦੇ ਮੂਲ ਹਰ ਦੇ ਵਿੱਚ ਲੈ ਹੋ ਜਾਂਦੇ ਨੇ। ਉਸ ਅਵਸਥਾ ਤੱਕ ਸਾਨੂੰ 2 ਅਵਸਥਾ ਪ੍ਰਾਪਤ ਹੋ ਜਾਂਦੀਆਂ ਨੇ, ਗਿਆਨ ਅਤੇ ਮੁਕਤੀ। ਤੀਜੀ ਸਾਡੀ ਭਗਤੀ ਸ਼ੁਰੂ ਹੋ ਜਾਂਦੀ, ਅਸੀਂ ਦੇਵਲੋਕ ਪਹੁੰਚ ਜਾਂਦੇ ਹਾਂ ਧਿਆਨ ਕਰਕੇ। ਫਲ ਕਾਰਨ ਫੂਲੀ ਵਨਰਾਏ, ਫਲ ਲਾਗਾ ਤਾਂ ਫੂਲ ਵਿਲਾਏ। ਗਿਆਨੇ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੇ ਨਾਸ। ਗਿਆਨ ਫਲ ਹੈ ਭਾਈ, ਫਿਰ ਕਰਮ ਜਾਂਦਾ ਹੈ, ਫਿਰ ਕਰਮ ਦਾ ਨਾਸ ਹੁੰਦਾ ਹੈ, ਫਿਰ ਅਸੀਂ ਸੰਸਾਰ ਨਾਲੋਂ ਅਲੱਗ ਹੁੰਦੇ ਹਾਂ। ਆਪਾਂ ਕਿਸੇ ਨੂੰ ਕਿੰਨਾ ਕੋਸੀ ਜਾਈਏ, ਬੁਰਾ ਭਲਾ ਕਹੀ ਜਾਈਏ, ਸਾਡੀ ਅਗਿਆਨਤਾ ਵਾ। ਸਾਨੂੰ ਕਿਸੇ ਨੂੰ ਬੁਰਾ ਭਲਾ ਕਹਿਣ ਦਾ ਕੀ ਹੱਕ ਹੈ? ਅਸੀਂ ਕੁਛ ਬਣਾਇਆ ਥੋੜ੍ਹੀ ਇੱਥੇ ਭਾਈ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ। ਅਸੀਂ ਤਾਂ ਜਾਣਦੇ ਨਹੀਂ ਸਿਰਜਣਹਾਰ ਨੇ ਬਣਾਈ ਹੈ, ਆਪਦੀ ਸਮਝੀ ਬੈਠੇ ਇਹਨੂੰ, ਬੈਰ ਵਿਰੋਧ 'ਚ ਫਸੀਆਂ। ਸਾਨੂੰ ਕਿਸੇ ਨੂੰ ਬੁਰਾ ਭਲਾ ਕਹਿਣ ਦਾ ਹੱਕ ਨਹੀਂ। ਨਾਨਕ ਚਿੰਤਾ ਸੋ ਕਰੇ ਜਿਹਨੂੰ ਪਾਇਆ ਜਗ ਆਸਾ। ਕਈ ਵਾਰ ਸਤਿਗੁਰਾਂ ਨੇ ਸਮਝਾਇਆ, ਪਰ ਫਿਰ ਵੀ ਨਹੀਂ ਅਸੀਂ ਹਟਦੇ, ਫਿਰ ਆਪਾਂ ਨੂੰ ਪ੍ਰਾਪਤੀ ਨਹੀਂ ਹੋਣੀ ਪਾਈ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ। ਬਾਬਾ ਫਰੀਦ ਜੀ ਕੀ ਸਮਝਾ ਰਹੇ ਨੇ? ਸਲਾਮ ਛੱਡ ਕੇ ਉਹਨਾਂ ਨੇ ਸਿੱਖੀ ਬਣਾਈ ਹੈ, ਸਾਡੇ ਕੋਲ ਸਿੱਖੀ, ਅਸੀਂ ਦਰ ਦਰ ਭਟਕਦੇ ਫਿਰਦੇ ਹਾਂ। ਫਲ ਭੀ ਪਛਾਂ ਰਾਤ, ਫਿਰ ਰਾਤ ਪਿੱਛੇ ਰਹਿ ਜਾਂਦੀ ਹੈ, ਫਲ ਲੱਗ ਜਾਂਦਾ ਹੈ ਗਿਆਨ। ਦਿਨ ਚੜ੍ਹਿਆ ਆਉਂਦਾ ਹੈ, ਅੰਮ੍ਰਿਤ ਵੇਲਾ ਹੋ ਜਾਂਦਾ ਹੈ ਆਤਮਾ ਦਾ। ਜਿਹੜਾ ਵਾ ਇਹ ਸੰਸਾਰੀ ਹੈ, ਸਰੀਰ ਕਰਕੇ ਹੈ। ਆਪਾਂ ਨੂੰ ਕਿਵੇਂ ਪਤਾ ਲੱਗਦਾ ਇਹ ਅੰਮ੍ਰਿਤ ਵੇਲਾ ਹੈ? ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈਂਦੇ ਹਾਂ, ਤੀਜੀ ਪਾਤਸ਼ਾਹੀ ਦੇ, ਗੁਰ ਕਿਰਪਾ ਤੇ ਸਈ ਜਨ ਜਾਗੇ ਬੋਲੇ ਅੰਮ੍ਰਿਤ ਬਾਣੀ। ਗੁਰ ਕਿਰਪਾ ਲੈਣੀ ਹੈ ਭਾਈ, ਇਹ ਗੁਰ ਉਪਦੇਸ਼ ਦਾ ਗਿਆਨ, ਇਹਦੇ ਨਾਲ ਆਤਮਾ ਜਾਗ ਜਾਂਦੀ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਜਿਹੜੇ ਅਸੀਂ ਮਾਨਵ ਸੋਚ ਰਾਹੀਂ ਜਿੰਨੇ ਧਰਮ ਪ੍ਰਚਲਿਤ ਪਿੱਛੇ ਕਰਦੇ ਆਏ ਹਾਂ, ਸੁੱਤੇ ਪਏ ਹਾਂ ਸਾਰੇ। ਬਾਣੀ ਜਗਾਉਂਦੀ ਆਪਾਂ ਨੂੰ। ਗੁਰ ਕਿਰਪਾ ਤੇ ਸੇ ਜਨ ਜਾਗੇ ਬੋਲੇ ਅੰਮ੍ਰਿਤ ਬਾਣੀ। ਉਹ ਅੰਮ੍ਰਿਤ ਬਾਣੀ ਬੋਲਦੇ ਨੇ, ਪਹਿਲਾਂ ਆਪ ਸਮਝਦੇ ਨੇ, ਆਪਦੇ ਘਰ ਪਹੁੰਚਦੇ ਨੇ, ਫਿਰ ਦੂਆਂ ਨੂੰ ਸਮਝਾਉਂਦੇ ਨੇ। ਉਹੀ ਤਾਂ ਗੁਰਸਿੱਖ ਨੇ ਭਾਈ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਰਤੀ ਛੁੱਟੀ ਨਾਲ ਮੁਖ ਉਜਲ ਤੋਂ ਭਾਵ ਉਹਨਾਂ ਨੂੰ ਚਾਨਣ ਹੋ ਜਾਂਦਾ, 3 ਲੋਕਾਂ ਦਾ ਗਿਆਨ ਹੋ ਜਾਂਦਾ। ਫਿਰ ਉਹ ਕੁਦਰਤ ਬਾਰੇ ਸਮਝਾਉਂਦੇ ਨੇ, ਉਹਨਾਂ ਦੇ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ। ਅੱਗੇ ਬਾਬਾ ਜੀ ਕੀ ਸਮਝਾਉਂਦੇ ਨੇ? ਜੋ ਜਾਗਨ ਲਹਿਨ ਸੇ। ਜਿਹੜੀਆਂ ਆਤਮਾ ਜਾਗ ਜਾਂਦੀਆਂ ਨੇ ਭਾਈ, ਉਹ ਦਾਤੇ ਕੋਲ ਆਪਦੀ ਦਾਤ ਲੈ ਲੈਂਦੀਆਂ। ਨਾਮ ਤੋਂ ਵਿਸਰ ਗਏ ਸੀ ਅਸੀਂ ਭਾ, ਹੁਕਮ ਦਾ ਦਰਸ਼ਨ ਕਰਨਾ ਹੈ। ਉਹ ਮਨ ਬੁੱਧੀ ਨੂੰ ਹੁਣ ਅਸੀਂ ਅੱਖਾਂ ਨਾਲ ਭਾਲੀ ਜਾਂਦੇ ਹਾਂ। ਅਸੀਂ ਸਾਕਸ਼ਾਤ ਸਾਹਮਣੇ ਦਰਸ਼ਨ ਭਾਲਦੇ ਹਾਂ, ਨਹੀਂ ਭਾਈ, ਉਹ ਤਾਂ ਭਰਮ ਹੈ ਸਾਰਾ। ਸਾਈਂ ਕੰਨੋਂ ਦਾ ਸਾਈ ਕੋਲੋਂ ਉਹ ਲੈ ਲੈਂਦੇ ਨੇ, ਆਪਾਂ ਵੀ ਤਾਂ ਪਾਈ ਲੈਣੀ ਆ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਡਾ ਵੀ ਅੰਮ੍ਰਿਤ ਵੇਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।